गुरु प्यारी साध संगत जी, वाहिगुरू जी का खालसा वाहिगुरू जी की फतेह। विसाखी का दिहाड़ा 13 और 14 अप्रैल। हालांकि विसाखी 13 अप्रैल की मनाई जाती है, पर नानकशाही कैलेंडर की आमद तो बाद 14 अप्रैल ਨੂੰ ਹੁਣ ਵਿਸਾਖੀ ਕੌਮ ਦੇ ਵਿੱਚ ਮਨਾਈ ਜਾ ਰਹੀ ਹੈ। ਟੀਮ ਜਸ ਪੰਜਾਬੀ ਟੀਮ ਬੜੂ ਸਾਹਿਬ ਦੀ ਪਵਿੱਤਰ ਧਰਤੀ ਤੇ ਆਈ ਹੋਈ ਹੈ। ਵਿਦਿਆ ਮਾਰਤੰਡ ਬਾਬਾ ਇਕਬਾਲ ਸਿੰਘ ਜੀ ਬੇਸ਼ੱਕ ਸਰੀਰਕ ਰੂਪ ਦੇ ਵਿੱਚ ਹੁਣ ਸਾਡੇ ਦਰਮਿਆਨ ਨਹੀਂ ਰਹੇ, ਪਰੰਤੂ ਉਹਨਾਂ ਦੇ ਉਲੀਕੇ ਕਾਰਜ ਕਲਗੀਧਰ ਟਰੱਸਟ ਬੜੂ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਰਜ ਇਹ ਕਿ ਵਿਦਿਆ ਦੇ ਰਾਹੀਂ ਗੁਰਮਤ ਦਾ ਫੈਲਾਅ ਔਰ ਗੁਰਮਤ ਦੇ ਰਾਹੀਂ ਵਿਦਿਆ ਦਾ ਫੈਲਾਅ। ਬੜੂ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਵਿਸਾਖੀ ਵਾਲੇ ਦਿਹਾੜੇ ਪਾਲਕੀ ਸਾਹਿਬ ਸੁਸ਼ੋਭਿਤ ਹੋ ਕੇ ਗੁਰੂ ਮਹਾਰਾਜ ਦੇ ਭੋਗ ਪੈਣ ਤੋਂ ਬਾਅਦ ਨਗਰ ਕੀਰਤਨ ਨਿਕਲਣਾ, ਤਾਂ ਉਸ ਨਗਰ ਕੀਰਤਨ ਦੀਆਂ ਤਿਆਰੀਆਂ ਰਾਤ ਦੇ 11 ਵਜੇ ਨੇ। ਇਸ ਵਕਤ ਰਾਤ ਦੇ 11 ਵਜੇ ਵੀ ਸਾਡੀਆਂ ਲੜਕੀਆਂ ਜਿਹੜੀਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਪੜ ਰਹੀਆਂ ਨੇ, ਬਹੁਤ ਵਧੀਆ ਤਰੀਕੇ ਨਾਲ ਕਰ ਰਹੀਆਂ ਨੇ। ਸਾਰੇ ਕਾਰਜ ਸਾਡੀਆਂ ਧੀਆਂ ਸਾਡੀਆਂ ਲੜਕੀਆਂ ਕਰ ਰਹੀਆਂ ਨੇ। ਇੱਕ ਹੋਰ ਖੂਬਸੂਰਤ ਗੱਲ ਕਿ ਇਹ ਜਿਹੜਾ ਨਗਰ ਕੀਰਤਨ ਨਿਕਲਦਾ ਹੈ, ਇਸ ਨਗਰ ਕੀਰਤਨ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਬੀਬੀਆਂ ਹੱਥ, ਸਾਡੀਆਂ ਕੁੜੀਆਂ ਹੱਥ ਜਿਹੜੀਆਂ ਇੱਥੇ ਪੜ ਰਹੀਆਂ ਨੇ। ਪਾਲਕੀ ਸਾਹਿਬ ਨੂੰ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ, ਨਗਰ ਕੀਰਤਨ ਨੂੰ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਲੜਕਿਆਂ ਦੇ ਹੱਥ। ਸੋ ਤੁਹਾਨੂੰ ਬੜੂ ਸਾਹਿਬ ਦੀ ਧਰਤੀ ਦੇ ਸਾਰੇ ਦਰਸ਼ਨ ਕਰਵਾਵਾਂਗੇ, ਪਰ ਇਸ ਵਕਤ ਰਾਤ ਦੇ 11 ਵਜੇ ਸਾਡੀਆਂ ਲੜਕੀਆਂ ਕਿਸ ਤਰੀਕੇ ਨਾਲ ਪਾਲਕੀ ਨੂੰ ਸੁਸ਼ੋਭਿਤ ਕਰ ਰਹੀਆਂ ਨੇ, ਕਿਸ ਤਰੀਕੇ ਨਾਲ ਦਰਬਾਰ ਸਾਹਿਬ ਦੀ ਤਿਆਰੀ ਕਰ ਰਹੀਆਂ ਨੇ, ਕਿਸ ਤਰੀਕੇ ਨਾਲ ਸਵੇਰੇ ਭੋਗ ਪਾਏ ਜਾਣਗੇ, ਇਹ ਬੱਚੀਆਂ ਰਾਤ ਦੇ 1 ਵਜੇ ਤੱਕ ਲਗਾਤਾਰ ਲੱਗੀਆਂ ਰਹਿਣਗੀਆਂ ਜੀ। ਕਿੰਨੀ ਹਿੰਮਤ ਹੋਏਗੀ ਨਾ ਬੱਚਿਆਂ ਦੇ ਵਿੱਚ। ਆਓ ਤੁਹਾਨੂੰ ਕੈਮਰੇ ਦੀ ਨਜ਼ਰ ਦੇ ਨਾਲ ਬੱਚੀਆਂ ਦੁਆਰਾ ਕੀਤੀਆਂ ਜਾ ਰਹੀਆਂ ਜਿਹੜੀਆਂ ਤਿਆਰੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਿੱਛੇ ਕ੍ਰੇਨ ਹੈ, ਕ੍ਰੇਨ ਦੇ ਉੱਤੇ ਦੇਖੋ, ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕ੍ਰੇਨ ਦੇ ਉੱਤੇ ਚੜ੍ਹ ਕੇ ਕੁੜੀਆਂ ਕਿਵੇਂ ਸਜਾਵਟ ਜਿਹੜੀ ਆ ਉਸ ਨੂੰ ਅੰਜਾਮ ਦੇ ਰਹੀਆਂ ਨੇ। ਇਹਨਾਂ ਬੱਚਿਆਂ ਦੇ ਹਿੰਮਤ ਨੂੰ, ਇਹਨਾਂ ਦੇ ਸਿਦਕ ਨੂੰ ਔਰ ਇੱਥੋਂ ਦਿੱਤੀ ਜਾਂਦੀ ਇਹਨਾਂ ਦੀ ਸਿੱਖਿਆ ਨੂੰ ਸਲਾਮ ਹੈ। ਇਹ ਸਿੱਖਿਆ ਦਾ ਹੀ ਪ੍ਰਵਾਹ ਹੈ, ਜਿਹੜੀ ਸਿੱਖਿਆ ਇਹਨਾਂ ਬੱਚਿਆਂ ਦੇ ਅੰਦਰ ਭਰੀ ਜਾ ਰਹੀ ਹੈ। ਇਹ ਉਸ ਸਿੱਖਿਆ ਦੀ ਬਦੌਲਤ ਹੈ ਕਿ ਹਰ ਕੰਮ ਨੂੰ ਬਰਾਬਰਤਾ ਦੇ ਨਾਲ ਹੱਸ ਕੇ ਸਾਡੀਆਂ ਬੱਚੀਆਂ ਕਰ ਰਹੀਆਂ ਨੇ। ਵੇਖੋ ਦਰਬਾਰ ਸਾਹਿਬ ਦੇ ਦਰਬਾਰ ਹਾਲ ਦੀਆਂ ਤਿਆਰੀਆਂ ਵਿਸਾਖੀ ਦੇ ਨਗਰ ਕੀਰਤਨ ਤੋਂ ਪਹਿਲਾਂ ਬੜੂ ਸਾਹਿਬ ਪਿਤਾ ਕੌਤਕ ਰਚਾਇਆ, ਆਨੰਦਪੁਰੇ ਖਾਲਸਾ ਪ੍ਰਗਟਾਇਆ, ਸਿੱਖ ਸੀਖ ਸਦਾ ਹਰ ਪਲ ਤੂੰ, ਗੁਰੂ ਗੋਬਿੰਦ ਮੁਖੋਂ ਫਰਮਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦਾ ਪਵਿੱਤਰ ਦਿਹਾੜਾ। ਵਿਸਾਖੀ ਸਾਡੇ ਲਈ ਉਹ ਵਿਸਾਖੀ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਦਾ ਪ੍ਰਗਟ ਦਿਵਸ ਬਣੀ। ਜਦੋਂ ਗੁਰੂ ਪਾਤਸ਼ਾਹ ਨੇ 5 ਸਿੰਘਾਂ ਦੀ ਮੰਗ ਕੀਤੀ ਤੇ 5 ਸਿੰਘ ਉੱਠ ਕੇ ਵੀ ਆਏ ਲੱਖਾਂ ਦੀ ਸੰਗਤ ਦੇ ਵਿੱਚੋਂ। ਗੁਰੂ ਸਾਹਿਬ ਨੇ ਉਹਨਾਂ ਨੂੰ ਪਹਿਲਾਂ ਆਪ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਹੱਥੋਂ 5 ਪਿਆਰਿਆਂ ਹੱਥੋਂ 5 ਸਿੰਘਾਂ ਹੱਥੋਂ ਅੰਮ੍ਰਿਤ ਛਕ ਕੇ ਆਪੇ ਗੁਰਚੇਲਾ ਦੀ ਰਵਾਇਤ, ਆਪੇ ਗੁਰਚੇਲਾ ਦੀ ਰੀਤ ਤੋਰੀ। ਇੱਕ ਵਿਸਾਖੀ ਇਹ ਤੇ ਇੱਕ ਵਿਸਾਖੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਿਸਾਖੀ, ਜਲਿਆਂਵਾਲਾ ਬਾਗ ਜਦੋਂ 1919 ਦੀ ਉਹ ਵਿਸਾਖੀ ਦੇਸ਼ ਦੀ ਆਜ਼ਾਦੀ ਦੀ ਹੱਕੀ ਮੰਗ ਦੇ ਲਈ ਇਕੱਠੇ ਹੋਏ ਲੋਕਾਂ ਦੇ ਉੱਤੇ ਅੰਗਰੇਜ਼ਾਂ ਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਜਿਹੜੇ ਗੋਲੀਆਂ ਨਾਲ ਸ਼ਹੀਦ ਹੋਏ ਉਹ ਤਾਂ ਹੋਏ, ਆਪਣੀਆਂ ਜਾਨਾਂ ਬਚਾਉਣ ਦੇ ਲਈ ਖੂਹ ਦੇ ਵਿੱਚ ਜਿਨ੍ਹਾਂ ਨੇ ਛਾਲਾਂ ਮਾਰੀਆਂ ਉਹ ਵੀ ਸ਼ਹਾਦਤਾਂ ਦਾ ਜਾਮ ਪੀ ਗਏ। ਜਸ ਟੀਵੀ ਦੀ ਟੀਮ, ਜਸ ਪੰਜਾਬੀ ਦੀ ਟੀਮ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਧਰਤੀ ਤੇ ਪਹੁੰਚੀ ਹੋਈ ਹੈ। ਵਿਸਾਖੀ ਦਾ ਕਿਉਂਕਿ ਪਵਿੱਤਰ ਦਿਹਾੜਾ, ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਜਸ ਪੰਜਾਬੀ ਵੱਲੋਂ, ਟੀਮ ਜਸ ਵੱਲੋਂ ਵਿਸਾਖੀ ਦੀਆਂ ਲੱਖ 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 ਵਧਾਈਆਂ। ਖਾਲਸੇ ਦੇ ਪ੍ਰਗਟ ਦਿਵਸ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ, ਬਹੁਤ ਮੁਬਾਰਕਾਂ। ਪਿੱਛੇ ਤੁਸੀਂ ਦਰਬਾਰ ਹਾਲ ਦੇਖ ਰਹੇ ਹੋ, ਇਸ ਦੇ ਅੰਦਰ 111 ਪਾਠ ਚੱਲ ਰਹੇ ਨੇ, ਸਹਿਜ ਪਾਠ। ਸਹਿਜ ਪਾਠਾਂ ਦੀ ਲੜੀ 111 ਮਹਾਰਾਜ ਦੇ ਸਰੂਪ ਪਏ ਨੇ, ਉਹਨਾਂ ਦੇ ਵਿੱਚੋਂ ਸਾਡੇ ਬੱਚੇ ਜਿਹੜੇ ਨੇ ਉਹ ਲਗਾਤਾਰ ਸਹਿਜ ਪਾਠ ਕਰ ਰਹੇ ਨੇ। ਹੁਣ ਤੋਂ ਕੁਝ ਦੇਰ ਬਾਅਦ ਸਹਿਜ ਪਾਠ ਦੀ ਸਮਾਪਤੀ ਹੋਏਗੀ। ਭੋਗ ਉਪਰੰਤ ਨਗਰ ਕੀਰਤਨ ਕੱਢਿਆ ਜਾਵੇਗਾ। ਉਹ ਨਗਰ ਕੀਰਤਨ ਜਿਹੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਬੜੂ ਸਾਹਿਬ ਦੀ ਧਰਤੀ ਦੇ ਵਿੱਚ ਇੱਕ ਵਿਲੱਖਣ ਨਜ਼ਾਰਾ ਪੇਸ਼ ਕਰਦਾ ਹੈ। ਵੈਸੇ ਤਾਂ ਸਿੱਖ ਕੌਮ ਜਿੱਥੇ ਵੀ ਗਈ ਹੈ ਆਪਣੀਆਂ ਰਵਾਇਤਾਂ ਨੂੰ ਨਾਲ ਲੈ ਕੇ ਗਈ ਹੈ, ਗੁਰੂ ਦੀਆਂ ਗੱਲਾਂ ਨੂੰ ਨਾਲ ਲੈ ਕੇ ਗਈ ਹੈ, ਗੁਰੂ ਦੇ ਸ਼ਬਦਾਂ ਨੂੰ ਨਾਲ ਲੈ ਕੇ ਗਈ ਹੈ। ਪਰ ਹਿਮਾਚਲ ਦੀ ਧਰਤੀ ਦੇ ਉੱਤੇ ਵੀ ਅੱਜ ਤੁਹਾਨੂੰ ਇੱਕ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲੇਗਾ। ਵਿਸਾਖੀ ਦਾ ਜਿਹੜਾ ਨਗਰ ਕੀਰਤਨ ਹੈ ਉਸ ਦਾ ਆਨੰਦ ਆਪਾਂ ਮਾਣਾਂਗੇ। ਗੁਰੂ ਦੀ ਤਾਬਿਆ ਦੇ ਹੇਠ ਚੱਲਣ ਵਾਲੇ ਨਗਰ ਕੀਰਤਨ ਦੇ ਵਿੱਚ ਆਪਾਂ ਸ਼ਮੂਲੀਅਤ ਕਰਾਂਗੇ। ਪਰ ਉਸ ਤੋਂ ਪਹਿਲਾਂ ਹੁਣ ਸਹਿਜ ਪਾਠਾਂ ਦੀ ਇਸ ਲੜੀ ਦੀ ਸਮਾਪਤੀ ਹੋਏਗੀ। ਭੋਗ ਪਾਏ ਜਾਣਗੇ। ਭੋਗ ਪਾਏ ਜਾਣ ਦੇ ਉਪਰੰਤ ਉਸ ਤੋਂ ਬਾਅਦ ਆਪਾਂ ਨਗਰ ਕੀਰਤਨ ਦੇ ਵੱਲ ਵਧਾਂਗੇ। ਤਾਂ ਆਓ ਤੁਹਾਨੂੰ ਲੈ ਚੱਲਦੇ ਹਾਂ ਗੁਰੂ ਮਹਾਰਾਜ ਦੇ ਸ਼ਬਦ ਗੁਰੂ ਵੱਲ। ਆਓ ਸ਼ਬਦ ਗੁਰੂ ਦੇ ਦਰਸ਼ਨ ਦੀਦਾਰੇ ਕਰੀਏ। ਆਓ ਗੁਰੂ ਦੀ ਬਾਣੀ ਨੂੰ ਆਪਣੇ ਕੰਨਾਂ ਦੇ ਨਾਲ ਆਪਣੀ ਆਤਮਾ ਦੇ ਵਿੱਚ ਆਤਮਸਾਤ ਕਰੀਏ। ਆਓ ਜੀ ਚੱਲਦੇ ਹਾਂ। ਆਨੰਦ इको ओंकार सतगुर प्रसाद आनंद पिया
मेरी माए सतगुरु मैं पाया, सतगुरता पाया सहज सेती, मन वजिया बधाया। राग रतन परिवार परिया, सबद का बड़ियाया। सब दोता गावा हरि केरा, मन जिनी वसाया। कहे नानक आनंद हुआ, सतगुरु मैं पाया। ए मन मेरिया तू सदा रो हर नाले, नाल रहो तू मन मेरे दुख सब विसारना। अंगी करो करे तेरा कर सब सवारना। सबना गला समरात स्वामी सो क्या मनो विसारे। कहे नानक मन मेरे सदा रो हर नाले, सच्चे साहिबा क्या नहीं करते रे। करता तेरे सब किछे जिस देह सो पावे। सदा सिफ्त सलाह तेरी नाम मन विसावे। नाम जिनके मन वसिया वाचे शब्द कनेरे। कहे नानक सच्चे साहिब क्या नहीं करते रे। साचा नाम मेरा आधारो, साच नाम आधार मेरा जिन भुखा सब गवाया। कसान सुख मने आए वसिया जिन इच्छा सब पुजाया। सदा कुर्बान किता गुर बिटो जिस दियां ए वडियाइयां। कहे नानक सुनो संतो सब तरो प्यारो। साचा नाम मेरा आधारो, वाजे पंच शब्द तित कर सबागे शब्द वाजे कला जित करतारिया। पंचदूत तुद वासी कीते काल कंटक मारिया। कर्म पाया तुझ जिनको से नाम हर के लागे, कहे नानक तै सुख आदित करे अनहद वाजे। अनद सुनो बिट पागियो सगल मनोरथ पूरे। पार ब्रह्म प्रपाया उतरे सगल विसूरे। दुख रोग संताप उतरे सुनी सच्ची बाणी। संत साजन पै सर से पूरे गुरते जानी। सुनते पुनीत कहते पवित्र सतगुर रहया भरपूर। बिनवंत नानक गुर चरण लागे गुर चरण लागे। वाजे अनहद तूर रे। श्लोक पवन गुरु पानी पिता माता तरत महत। दिवस रात दुई दाई दाया, खेले सगल जगत। चंगियाइयां बुरियाइयां वाचे तर महदूर। करमी आपो अपनी के नेड़े के दूर। जिनी नाम त्याया गई मसकत काल, नानक ते मुख उजले कीर्ति छुटी नाल। जिनी नाम त्याया गई मसकत काल, नानक ते मुख उजले कीर्ति छुटी नाल। वाहिगुरु जी का खालसा, वाहिगुरु जी की फतेह।
ਪਿਆਰੀ ਸਾਧ ਸੰਗਤ ਜੀ, ਵਿਸਾਖੀ ਦਾ ਦਿਹਾੜਾ ਬੜੂ ਸਾਹਿਬ ਦੀ ਧਰਤੀ ਇਤਿਹਾਸਕ ਤੇ ਅਲੌਕਿਕ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਡੀਆਂ ਛੋਟੀਆਂ ਨਿਹੰਗ ਸਿੰਘ ਫੌਜਾਂ, ਛੋਟੇ ਭਚੰਗੀ ਸਿੰਘ ਜਿਹੜੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਵੀ ਨੇ, ਗੱਤਕੇ ਦੇ ਜੌਹਰ ਵਿਖਾਉਂਦੇ ਹੋਏ ਇਹ ਸਾਡੀ ਉਹ ਰਵਾਇਤੀ ਖੇਡ ਜਿਹੜੀ ਹੋਲੇ ਮਹੱਲੇ ਦੇ ਉੱਤੇ ਸ਼ੁਰੂਆਤ ਕੀਤੀ ਗਈ ਸੀ ਦਸਮ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ। ਸਾਡੀਆਂ ਬੱਚੀਆਂ ਪੂਰੇ ਬਾਣੇ ਦੇ ਵਿੱਚ ਸਜੀਆਂ ਹੋਈਆਂ, ਧਿਆਨ ਨਾਲ ਵੇਖੋ, ਸਾਡੀਆਂ ਧੀਆਂ, ਸਾਡੀਆਂ ਬੱਚੀਆਂ ਨੇ ਜਿਹੜੀਆਂ ਬਾਣੇ ਦੇ ਵਿੱਚ ਸਜੀਆਂ ਹੋਈਆਂ ਔਰ ਗੱਤਕੇ ਦੇ ਜੌਹਰ ਵਿਖਾਉਣ ਲਈ ਪੂਰੀਆਂ ਤਿਆਰ। ਔਰ ਮੈਂ ਆਪਣੇ ਕੈਮਰਾ ਸਹਿਯੋਗੀ ਨੂੰ ਕਹਾਂਗਾ ਕਿ ਕੈਮਰਾ ਥੋੜਾ ਉੱਪਰ ਚੱਕ ਕੇ ਦੂਰ ਪਾਲਕੀ ਸਾਹਿਬ ਜ਼ਰੂਰ ਦਿਖਾਈ ਜਾਵੇ, ਕਿਉਂਕਿ ਉਸ ਦੇ ਵਿੱਚ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਨੇ। ਸੋ ਇਹ ਅਲੌਕਿਕ ਨਗਰ ਕੀਰਤਨ ਬੜੂ ਸਾਹਿਬ ਦੀ ਧਰਤੀ ਹਿਮਾਚਲ ਪ੍ਰਦੇਸ਼ ਸਿਰਮੌਰ ਜ਼ਿਲ੍ਹੇ ਦੇ ਵਿੱਚ। ਔਰ ਸਾਡੀਆਂ ਧੀਆਂ ਦੀ ਹਿੰਮਤ ਵੇਖੋ ਕਿ ਗੱਤਕੇ ਦੇ ਜੌਹਰ ਦੇ ਵਿੱਚ ਜਿੱਥੇ ਸਾਡੇ ਸਿੱਖ ਨੌਜਵਾਨ ਕਿਸੇ ਪਾਸਿਓਂ ਘੱਟ ਨਹੀਂ, ਤੇ ਸਾਡੀਆਂ ਧੀਆਂ ਵੀ ਗੱਤਕੇ ਦੇ ਜੌਹਰ ਵਿਖਾਉਣ ਦੇ ਵਿੱਚ ਕਿਸੇ ਪਾਸਿਓਂ ਊਣੀਆਂ ਜਾਂ ਘੱਟ ਨਹੀਂ। ਇਹਨਾਂ ਦੇ ਸਿਦਕ ਨੂੰ, ਇਹਨਾਂ ਦੇ ਜੋਸ਼ ਨੂੰ, ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ। ਔਰ ਸਭ ਤੋਂ ਵੱਡਾ ਸਲਾਮ ਹੈ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਮੁੱਚੀ ਟੀਮ ਨੂੰ, ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਹੈ ਕਿ ਸਿੱਖਿਆ ਤਾਂ ਦੇਣੀ ਹੈ ਪਰ ਗੁਰਮਤ ਦੇ ਨਾਲ ਨਾਲ ਦੇਣੀ ਹੈ। ਗੁਰਮਤ ਔਰ ਅਜੋਕੀ ਸਿੱਖਿਆ ਨੂੰ ਕਿਵੇਂ ਇੱਕ ਮਿਕ ਕਰਕੇ ਅਸੀਂ ਇੱਕ ਚੰਗੇ ਨਾਗਰਿਕ ਸਿਰਜਣੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਡੰਕਾ ਵਜਾਉਣਾ ਹੈ ਸਿੱਖੀ ਰਹੁ ਰੀਤ ਔਰ ਸਿੱਖੀ ਪਰੰਪਰਾ ਦਾ। ਲਓ ਆਨੰਦ ਇਸ ਅਲੌਕਿਕ ਨਗਰ ਕੀਰਤਨ ਦਾ। ਬੜੂ ਸਾਹਿਬ ਵਿੱਚ ਨਿਕਲਣ ਵਾਲੇ ਇਸ ਨਗਰ ਕੀਰਤਨ ਦੀ, ਅਲੌਕਿਕ ਨਗਰ ਕੀਰਤਨ ਦੀ ਇੱਕ ਵੱਖਰੀ ਗੱਲ ਇਹ ਹੈ ਕਿ ਇਸ ਨੂੰ ਜਦੋਂ ਮਹਾਰਾਜ ਦੀ ਪਾਲਕੀ, ਜਦੋਂ ਮਹਾਰਾਜ ਦੀ ਸਵਾਰੀ ਬੜੂ ਸਾਹਿਬ ਤੋਂ ਬਾਹਰ ਵੱਲ ਨਿਕਲਦੀ ਹੈ ਤਾਂ ਇਸ ਦੀ ਅਗਵਾਈ ਸਾਡੀਆਂ ਕੁੜੀਆਂ ਕਰਦੀਆਂ ਨੇ, ਸਾਡੀਆਂ ਧੀਆਂ ਕਰਦੀਆਂ ਨੇ। ਸੋ ਬੈਂਡ ਹੈ ਜਿਹੜਾ, ਇਹ ਬੈਂਡ ਸਾਡੀਆਂ ਕੁੜੀਆਂ ਵੱਲੋਂ ਵਜਾਇਆ ਜਾ ਰਿਹਾ ਹੈ। ਬਕਾਇਦਾ ਪੰਥ ਦੀ ਰੀਤ, ਪੰਜ ਪਿਆਰੇ ਇਸ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ, ਪੰਜਾਂ ਦੇ ਵਿੱਚ ਆਪ ਗੁਰ ਪਰਮੇਸ਼ਵਰ ਵਸਦਾ, ਪੰਜਾਂ ਦੇ ਵਿੱਚ ਆਪ ਵਾਹਿਗੁਰੂ ਦਾ ਵਾਸ ਹੈ। ਜਿੱਦਾਂ ਤੁਹਾਨੂੰ ਦੱਸਿਆ ਕਿ ਜਾਂਦੇ ਹੋਏ ਇਸ ਦੀ ਅਗਵਾਈ ਸਾਡੀਆਂ ਧੀਆਂ ਬੀਬੀਆਂ ਕਰਦੀਆਂ ਨੇ। ਇਹ ਪਾਲਕੀ ਕਿਸੇ ਟਰੈਕਟਰ ਨਾਲ ਜਾਂ ਕਿਸੇ ਗੱਡੀ ਨਾਲ ਨਹੀਂ ਖਿੱਚੀ ਜਾ ਰਹੀ, ਬਲਕਿ ਹੱਥ ਨਾਲ ਸਾਡੀਆਂ ਬੀਬੀਆਂ ਇਸ ਦੀ ਸੇਵਾ ਨਿਭਾਉਂਦੀਆਂ ਨੇ।
ਚਰਨਜੀਤ ਭੈਣ ਜੀ ਹੋਰੀ ਆਪਣੀਆਂ ਵਿਦਿਆਰਥਣਾਂ ਦੇ ਨਾਲ ਅਗਵਾਈ ਕਰ ਰਹੇ ਹੋਏ, ਸਿੱਖ ਰੈਜੀਮੈਂਟ ਦੇ ਫੌਜੀ ਜਵਾਨ ਵੀ ਪਹੁੰਚੇ ਹੋਏ ਨੇ ਗੁਰੂ ਦੇ ਅਦਬ ਦੇ ਲਈ, ਗੁਰੂ ਦੇ ਸਤਿਕਾਰ ਦੇ ਲਈ। ਔਰ ਗੁਰੂ ਦਾ ਅਦਬ, ਗੁਰੂ ਦਾ ਸਤਿਕਾਰ ਸਾਡੇ ਲਈ ਸਭ ਤੋਂ ਪਹਿਲੋਂ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਵੇਖ ਸਕਦੇ ਹੋ ਕਿ ਸਾਰੇ ਦਾ ਸਾਰਾ ਕੈਂਪਸ, ਆਲੇ ਦੁਆਲੇ ਦੇ ਪਿੰਡ, ਪੰਜਾਬ, ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹੋਈਆਂ ਸਮੂਹ ਸੰਗਤਾਂ। ਮੈਂ ਤੇ ਤੁਹਾਡੇ ਧਿਆਨ ਦੇ ਦੱਸ ਦਿਆਂ ਕਿ USA ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਉਚੇਚੇ ਤੌਰ ਦੇ ਉੱਤੇ ਸੰਗਤ ਪਹੁੰਚੀ ਹੋਈ ਹੈ। ਔਰ ਇੱਕ ਹੋਰ ਬੜੀ ਵਿਸ਼ੇਸ਼ ਤੇ ਮਹੱਤਵਪੂਰਨ ਗੱਲ ਕਿ ਇਸ ਨਗਰ ਕੀਰਤਨ ਜਾਂ ਇਸ ਵਿਸਾਖੀ ਦੇ ਸਮਾਗਮ ਦੇ ਵਿੱਚ, ਖਾਲਸਾ ਪੰਥ ਸਾਜਨਾ ਦਿਵਸ ਦੇ ਵਿੱਚ ਕੋਈ ਇੱਕ ਵਿਸ਼ੇਸ਼ ਫਿਰਕਾ ਯਾਨੀ ਕਿ ਸਿਰਫ ਸਿੱਖ ਕੌਮ ਨਹੀਂ ਹੈ। ਹਿੰਦੂ ਵੀਰ, ਹਿੰਦੂ ਪਰਿਵਾਰ ਬਹੁਤ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋਏ ਹੈ। ਵੇਖੋ ਇਹ ਅਲੌਕਿਕ ਵਿਸਾਖੀ ਦੇ ਦਿਹਾੜੇ, ਖਾਲਸੇ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਅਲੌਕਿਕ ਨਗਰ ਕੀਰਤਨ। वाइड कर दीजिए पूरा। ज़्यादा वाइड मत करो।
ਤੁਹਾਨੂੰ ਭਾਈਚਾਰਕ ਸਾਂਝ ਦੀ ਇੱਕ ਅਨੋਖੀ ਤਸਵੀਰ ਦਿਖਾਉਂਦੇ ਆ। ਇੱਕ ਹਿੰਦੂ ਕਮਿਊਨਿਟੀ ਦੇ ਬਜ਼ੁਰਗ ਤੇ ਉਧਰੋਂ ਸਿੰਘ ਸਾਹਿਬਾਨ ਬੜੂ ਸਾਹਿਬ ਦੀ ਧਰਤੀ ਤੇ ਆਪਸੀ ਪਿਆਰ, ਆਪਸੀ ਗੱਲਬਾਤ ਦਾ ਆਦਾਨ ਪ੍ਰਦਾਨ ਕਰਦੇ ਹੋਏ। ਇਹ ਹੈ ਸਰਬ ਸਾਂਝੀਵਾਲਤਾ ਦਾ ਸੰਦੇਸ਼, ਇਹ ਹੈ ਸਿੱਖੀ, ਇਹ ਹੈ ਇੱਕ ਦੂਜੇ ਦਾ ਆਦਰ, ਇੱਕ ਦੂਜੇ ਦਾ ਸਤਿਕਾਰ। ਬੜੂ ਸਾਹਿਬ ਦੀ ਧਰਤੀ ਤੇ ਧਰਮ ਜੋੜਦਾ ਹੈ, ਤੋੜਦਾ ਨਹੀਂ। ਇਹ ਤਸਵੀਰਾਂ ਅੱਜ ਵਿਸਾਖੀ ਮੌਕੇ ਇਹੋ ਕੁਝ ਬਿਆਨ ਕਰਦੀਆਂ ਨੇ। ਗੁਰੂ ਪਿਆਰੇ ਸਾਧ ਸੰਗਤ ਜੀ, ਜਦੋਂ ਖਾਲਸੇ ਦੇ ਜਨਮ ਦਿਹਾੜੇ ਦੀ, ਖਾਲਸੇ ਦੇ ਪ੍ਰਗਟ ਦਿਵਸ ਦੀ ਗੱਲ ਆਉਂਦੀ ਆ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਹਾਂ। ਵਿਸਾਖੀ ਦੀਆਂ ਤਿਆਰੀਆਂ ਔਰ ਵਿਸਾਖੀ ਦਾ ਉਹ ਜਾਹੋ ਜਲਾਲ, ਸ਼ਾਨੋ ਸ਼ੌਕਤ ਗੁਰੂ ਮਹਾਰਾਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਲਕੀ ਦੇ ਵਿੱਚ ਸੁਸ਼ੋਭਿਤ ਹੋ ਕੇ ਇਸ ਧਰਤੀ ਨੂੰ ਪਵਿੱਤਰ ਕਰਦੇ ਹੋਏ ਜਾਂਦੇ ਨੇ। ਔਰ ਬੱਚਿਆਂ ਦਾ ਇੰਨਾ ਕਮਾਲ ਦਾ ਕਰਤੱਵ ਤੁਸੀਂ ਵੇਖ ਰਹੇ ਹੋ, ਉਹ ਚਾਹੇ ਗੱਤਕੇ ਦੇ ਰੂਪ ਦੇ ਵਿੱਚ ਹੋਣ, ਚਾਹੇ ਉਹਨਾਂ ਦੀ ਆਪਣੀ ਇੱਕ ਜਿਹੜੀ ਕਤਾਰਬੰਦੀ ਹੈ। ਕਿਉਂਕਿ ਗੁਰੂ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੀ ਸਿਰਜਣਾ ਵੇਲੇ ਜਦੋਂ ਗੱਤਕੇ ਦੀ ਰਵਾਇਤ ਹੋ ਰਹੀ ਸੀ ਤਾਂ ਉਦੋਂ ਉਹ ਕਤਾਰਬੰਦੀ ਵੀ ਕੀਤੀ ਸੀ। ਸਰਦਾਰ ਗੁਰਦੇਵ ਸਿੰਘ ਗਿੱਲ ਹੋਰੀ ਉਚੇਚੇ ਤੌਰ ਦੇ ਉੱਤੇ ਕੈਨੇਡਾ ਦੀ ਧਰਤੀ ਤੋਂ ਆਏ ਨੇ, ਬੜੇ ਪੁਰਾਣੇ ਜੁੜੇ ਹੋਏ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਨਾਲ। ਆਓ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਕੁਝ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਵਾਗਤ ਜੀ ਆਇਆਂ ਨੂੰ ਜੀ। ਪੰਜਾਬ ਭਾਰਤ ਪਹੁੰਚੇ ਹੋ ਤੁਸੀਂ, ਇਹ ਵੀ ਪੰਜਾਬ ਹੀ ਬਣ ਗਿਆ ਹੁਣ ਤਾਂ। ਬਿਲਕੁਲ ਜੀ, ਬਿਲਕੁਲ। ਸਭ ਤੋਂ ਪਹਿਲਾਂ ਜੀ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੌਮ 'ਤੇ ਬਖਸ਼ਿਸ਼ ਕੀਤੀ ਅਤੇ ਅੱਜ ਉਹਨਾਂ ਉਹ ਬਖਸ਼ਿਸ਼ ਦਾ ਸਦਕਾ ਹਰ ਸਾਲ ਅਸੀਂ ਕਿਸ ਤਰ੍ਹਾਂ ਕਹਿ ਜਾਓ ਜੋ ਹਾਲ ਨਾਲ ਇਸ ਦਿਨ ਨੂੰ ਮਨਾ ਰਹੇ ਹਾਂ। ਹਾਂਜੀ ਗਿੱਲ ਸਾਹਿਬ, ਇਹ ਅੱਜ ਆਪਾਂ ਤੁਰਦੇ ਚੱਲਦੇ ਹਾਂ। ਇਹ ਇਨੀਸ਼ੀਏਟਿਵ ਕਿੱਦਾਂ ਲੱਗਦਾ? ਆਪਾਂ ਪੰਜਾਬ ਤੋਂ 150-200 ਕਿਲੋਮੀਟਰ ਦੂਰ ਬੈਠੇ ਹਾਂ, 200-250 ਕਿਲੋਮੀਟਰ ਲਾ ਸਕਦੇ ਹਾਂ। ਖਾਸ ਦਿਹਾੜਾ ਹੈ ਤੇ ਇੱਥੇ ਇਸ ਧਰਤੀ ਦੇ ਉੱਤੇ ਐਦਾਂ ਦੀਆਂ ਰੰਗ ਰੌਣਕਾਂ ਵੇਖਣ ਨੂੰ ਮਿਲਣੀਆਂ ਵਿਸਾਖੀ ਦੇ ਮੌਕੇ। ਔਰ ਇੱਕ ਵੱਡੀ ਜਿਹੜੀ ਮਹੱਤਵਪੂਰਨ ਗੱਲ ਕਿ ਇਹ ਜਿਹੜੇ ਸਿੱਖਿਆਰਥੀ ਨੇ, ਜਿਹੜੇ ਵਿਦਿਆਰਥੀ ਨੇ ਕਲਗੀਧਰ ਟਰੱਸਟ ਦੇ ਜਾਂ ਬੜੂ ਸਾਹਿਬ ਦੇ, ਇਹ ਸਾਰੇ ਕਾਰਜ ਆਪ ਨੇਪਰੇ ਚਾੜ੍ਹਦੇ ਨੇ। ਬਿਲਕੁਲ ਜੀ। ਸਭ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹਨਾਂ ਦੇ ਆਸ਼ੇ ਮੁਤਾਬਕ ਇਹ ਬੂਟਾ ਸੰਤ ਅਤਰ ਸਿੰਘ ਜੀ ਨੇ, ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਇਸ ਜਗ੍ਹਾ ਨੂੰ ਪ੍ਰਗਟ ਕੀਤਾ। ਸੰਤ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ ਗਿੱਲ, ਉਹਨਾਂ ਨੇ ਜਗ੍ਹਾ 'ਤੇ ਆ ਕੇ ਇਹ ਜਗ੍ਹਾ ਨੂੰ ਲੱਭਿਆ। ਉਸ ਤੋਂ ਬਾਅਦ ਜਿਵੇਂ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਖਿਆਲ ਸੀ ਕਿ ਜੇ ਸਿੱਖ ਕੌਮ ਨੇ ਕਾਮਯਾਬ ਹੋਣਾ ਤਾਂ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦਾ ਸੁਮੇਲ ਕਰਕੇ ਇਸ ਜਗਤ ਦੇ ਵਿੱਚ ਜਗਤ ਜਲੰਦਾ ਰੱਖ ਲਾ ਆਪਣੀ ਕਿਰਪਾ ਧਾਰ। ਜਿਸ ਹਿਸਾਬ ਨਾਲ ਦੁਨੀਆ 'ਤੇ ਇਹ ਚੱਲ ਰਿਹਾ ਸੀ, ਉਹਨਾਂ ਦੀ ਇੱਛਾ ਸੀ ਕਿ ਜੇਕਰ ਵਿਦਿਆਰਥੀ ਸਾਇੰਸ ਨੂੰ ਅਤੇ ਧਰਮ ਨੂੰ ਇਕੱਠਾ ਲੈ ਕੇ ਪੜ੍ਹਨਗੇ, ਉਹ ਬਹੁਤ ਵਧੀਆ ਖੋਜਾਂ ਕਰਨਗੇ, ਮਨੁੱਖਤਾ ਦੇ ਭਲੇ ਦੀ ਗੱਲ ਕਰਨਗੇ। ਉਹ ਐਟਮ ਬੰਬ ਨਹੀਂ ਬਣਾਉਣਗੇ, ਉਹ ਮਨੁੱਖਤਾ ਦੇ ਭਲੇ ਦੀਆਂ ਚੀਜ਼ਾਂ ਸਾਇੰਸਦਾਨ ਬਣ ਕੇ ਲਿਆਉਣਗੇ ਅੱਗੇ। ਸੋ ਇਹ ਜਗ੍ਹਾ ਕੋਈ ਮਹਾਂਪੁਰਸ਼ਾਂ ਦੇ ਆਸ਼ੀਰਵਾਦਾਂ ਨਾਲ ਪੈਦਾ ਹੋਈ ਆ, ਇਹ ਹਜੇ ਬਹੁਤ ਵਧੂ ਫੁੱਲੂਗੀ। ਸੰਤ ਬਾਬਾ ਇਕਬਾਲ ਸਿੰਘ ਜੀ ਨੇ ਇੱਥੇ ਆਪਦੀ ਜੀਵਨ ਲਾ ਦਿੱਤਾ। ਉਸ ਤੋਂ ਬਾਅਦ ਜੋ ਅਸੀਂ ਦੇਖ ਰਹੇ ਹਾਂ, ਕੋਈ 92 ਤੋਂ ਅਸੀਂ ਇੱਥੇ ਆ ਰਹੇ ਹਾਂ ਬਾਬਾ ਜੀ ਨਾਲ ਬੁਲਾਉਣ ਜੀ। ਅਤੇ ਬਾਬਾ ਜੀ ਬਾਹਰ ਸਾਡੇ ਕੋਲ ਵੀ ਜਾਂਦੇ ਰਹੇ, ਜੱਥਾ ਲੈ ਕੇ ਬੱਚਿਆਂ ਦਾ ਸੁਭਾਗ ਮਹੀਨਾ ਘਰ 'ਚ ਇਕੱਠੇ ਬਹਿ ਕੇ ਵਿਚਾਰਾਂ ਕਰਨ ਦਾ ਮਿਲਦਾ ਰਿਹਾ। ਅਤੇ ਵਾਹਿਗੁਰੂ ਦੀ ਕਿਰਪਾ ਸਾਡੇ 'ਤੇ ਪਾਰ ਪਰਿਵਾਰ 'ਤੇ ਹੋਈ, ਜੋ ਕਿ ਸਾਡੇ ਵੀ ਬੱਚੇ ਕੋਨੇ ਮੁੰਨੇ ਹੁੰਦੇ ਸੀਗੇ। ਛੋਟੇ ਹੁੰਦੇ ਹੀ ਬਾਬਾ ਜੀ ਨੂੰ ਜਾਣ ਲੱਗ ਗਏ। ਉਸ ਤੋਂ ਬਾਅਦ ਉਹ ਵੀ ਸਿੱਖੀ ਸਰੂਪ ਦੇ ਵਿੱਚ ਆਏ ਹੋਏ ਆ। ਹਾਂਜੀ, ਉੱਥੋਂ ਦੇ ਬਹੁਤ ਬਦਲਾਅ ਦੇ। ਹਾਂਜੀ, ਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਜਦੋਂ ਆਪਣੇ ਉੱਥੇ ਦੀ ਆਪਾਂ ਸੰਗਤ ਨਾਲ ਗੱਲ ਕਰਦੇ ਹਾਂ, ਤੁਹਾਡੇ ਸੱਜਣ ਪਿਆਰੇ ਜਿਹੜੇ, ਉਹ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਆ? ਕਿ ਬਹੁਤ ਉਤਸ਼ਾਹ ਜੀ। ਬਾਹਰ ਲੋਕਾਂ ਜਿਹੜੀ ਆਮ ਆਦਮੀ, ਉਹ ਕਹਿੰਦੇ ਵੀ ਆਮ ਸਧਾਰਨ ਸਿੱਖ ਵੀ ਜਦੋਂ ਵੀ ਬਾਬਾ ਜੀ ਬਾਹਰ ਕਿਤੇ ਫੰਡ ਰੇਜ ਕਰਨ ਵਾਸਤੇ, ਸੇਵਾ ਕਲੈਕਸ਼ਨ ਵਾਸਤੇ ਜਾਂਦੇ ਸੀ, ਅਤੇ ਲੋਕ ਬੇਸਾਬ ਉਤਸ਼ਾਹ ਨਾਲ
ਬਾਬਾ ਜੀ ਨੂੰ ਗੁਰਦੁਆਰਿਆਂ ਦੇ ਸਮਾਗਮਾਂ ਦੇ ਵਿੱਚ ਸਮਾਗਮ ਕਰਾਉਣੇ, ਲੋਕਾਂ ਨੇ ਘਰਾਂ 'ਚ ਸਮਾਗਮ ਬਣਾਉਣੇ। ਬਹੁਤ ਸਾਰੇ NRI ਵੀਰਾਂ ਨੇ ਆਪਦੀਆਂ ਜ਼ਮੀਨਾਂ ਵੀ ਉਹਨਾਂ ਟਾਈਮਾਂ 'ਚ ਬਾਬਾ ਜੀ ਨੂੰ ਕਹਿਣਾ ਵੀ ਅਕੈਡਮੀ ਬਣਾਓ, ਜ਼ਮੀਨ ਅਸੀਂ ਦਿੰਦੇ ਹਾਂ। ਬਾਹਰਲੀਆਂ ਸੰਗਤਾਂ ਨੇ ਪੈਸਾ ਇਕੱਠਾ ਕਰਕੇ ਬਿਲਡਿੰਗਾਂ ਤਿਆਰ ਕੀਤੀਆਂ ਅਤੇ ਜੋ ਅਸੀਂ ਅੱਜ ਇੱਥੇ ਆ ਕੇ ਮਨ ਖੁਸ਼ ਹੁੰਦਾ। ਕੋਈ 65 ਤੋਂ 70 ਹਜ਼ਾਰ ਬੱਚਾ ਪੜ੍ਹ ਰਿਹਾ, ਜਿਨ੍ਹਾਂ 'ਚੋਂ 28,000 ਬੱਚਾ ਇਹੋ ਜਿਹਾ ਜਿਨ੍ਹਾਂ ਦੀ ਜਾਂ ਪੂਰੀ ਫੀਸ ਜਾਂ ਅੱਧੀ ਫੀਸ ਕਿਸੇ ਨਾ ਕਿਸੇ ਰੂਪ 'ਚ ਡਿਸਕਾਊਂਟ ਲੈ ਕੇ ਡਿਸਕਾਊਂਟਡ ਫੀਸ 'ਤੇ ਪੜ੍ਹ ਰਹੇ ਆ। ਬਹੁਤ ਖੁਸ਼ੀ ਦੀ ਗੱਲ ਆ। ਕਿਹੜੀ ਇੱਥੇ ਸੰਸਥਾ ਵੀ ਜਿਹੜੀ 'ਚ ਇੰਨਾ ਆਲਮੋਸਟ 40% ਬੱਚਿਆਂ ਨੂੰ ਇਸ ਤਰ੍ਹਾਂ ਪੜ੍ਹਾ ਰਹੀ ਆ ਅਤੇ ਉਹ ਇਹ ਜੀ ਕਲਾ ਵਾਹਿਗੁਰੂ ਦੀ ਵਰਤ ਰਹੀ ਆ। ਹੋਰ ਸਾਡੇ ਸਮਝ ਤੋਂ ਬਾਹਰ ਆ, ਵਾਹਿਗੁਰੂ ਦੀ ਕਲਾ 'ਚ ਹੀ ਹੋ ਰਿਹਾ ਸਾਰਾ, ਉਹੀ ਵਰਤ ਰਹੀ ਆ। ਮੈਂ ਅਖੀਰਲੇ ਉਹ ਮੁੱਢ ਵੱਲ ਆਉਣਾ, ਅਖੀਰਲੇ ਸਵਾਲ ਵੱਲ ਆਉਣਾ। ਇਹ ਜਿਹੜੇ ਬੱਚੇ ਸਾਡੇ ਪੈਦਾ ਹੋ ਰਹੇ ਨੇ, ਕਿਉਂਕਿ 1986 ਤੋਂ ਚੱਲ ਰਿਹਾ ਹੈ, ਕੌਮ ਨੂੰ ਇਹਨਾਂ ਬੱਚਿਆਂ ਦਾ ਕਿੰਨਾ ਫਾਇਦਾ ਹੋਏਗਾ? ਕਿਉਂਕਿ ਵਿਕਾਰ ਬਹੁਤ ਆਏ ਨੇ, ਸਾਡੇ 'ਚ ਨਿਗਾਹਾਂ ਬਹੁਤ ਆਈਆਂ, ਅਸੀਂ ਹੇਠਾਂ ਵੱਲ ਵੀ ਪਹੁੰਚ ਗਏ। ਇਹਨਾਂ ਅਕੈਡਮੀਆਂ ਦੇ ਪੜ੍ਹੇ ਹੋਏ ਬੱਚੇ ਜਦੋਂ ਸੰਸਾਰ 'ਚ ਫੈਲਣਗੇ, ਲੱਗਦਾ ਹੈ ਕਿ ਸਿੱਖੀ ਦਾ ਜਾਹੋ ਜਲਾਲ, ਸਿੱਖੀ ਦੀਆਂ ਪਰੰਪਰਾਵਾਂ ਅਸੀਂ ਫੇਰ ਤੋਂ ਸੁਰਜੀਤ ਕਰ ਪਾਵਾਂਗੇ। ਬਿਲਕੁਲ ਹੋਣਗੀਆਂ ਜੀ। ਅੱਜ ਵੀ ਤੁਸੀਂ ਦੇਖ ਲਓ, ਬੱਚਿਆਂ ਨੇ ਸੁਬਾਹ ਸਵੇਰੇ ਦੀਵਾਨ ਹਾਲ 'ਚ 111 ਸਹਿਜ ਪਾਠਾਂ ਦੇ ਭੋਗ ਪਾਏ ਆ। ਉਹਨਾਂ 'ਤੇ ਕਿਹੜਾ ਕਿਸੇ ਨੇ ਮਜਬੂਰੀ ਸੀ ਵੀ ਤੁਸੀਂ ਕਰਨੇ, ਬੱਚਿਆਂ ਨੇ ਆਪ ਉਪਰਾਲਾ ਕੀਤਾ। ਆਪੋ ਆਪਣੇ ਹਰੇਕ ਬੱਚੇ ਨੇ ਕਿਹਾ ਵੀ ਅਸੀਂ ਕਰਨਾ 111 ਪਾਠਾਂ ਦੇ ਸਹਿਜ ਪਾਠਾਂ ਦੇ ਬੱਚਿਆਂ ਨੇ ਆਪ ਆਪੋ ਆਪਣਾ ਕੀ ਕਰਕੇ ਸੋ ਇਹਦਾ ਮਤਲਬ 111 ਬੱਚਿਆਂ ਨੇ ਉਪਰਾਲਾ ਕੀਤਾ। ਇਹ ਜਿਹੜੀ ਮੈਂ ਜੀ 8ਵੀਂ ਜਮਾਤ 'ਚ ਪੜ੍ਹਦਾ, ਮੇਰੇ ਦਾਦਾ ਜੀ ਮੈਨੂੰ ਪੋਥੀਆਂ ਤੋਂ ਸੰਥਿਆ ਦਿੰਦੇ ਹੁੰਦੇ ਸੀ। ਅਸੀਂ ਬਾਹਰਲੇ ਮੁਲਕਾਂ 'ਚ ਗਏ, ਅਸੀਂ ਵੀ ਪਤਿਤ ਹੋਏ ਕਿਸੇ ਦਿਨ, ਉੱਥੇ ਅਸੀਂ ਵੀ ਵਾਲ ਕਟਾਏ ਮਜਬੂਰੀਆਂ ਖਾਤਰ। ਜਦੋਂ 45 ਸਾਲ ਪਹਿਲਾਂ ਗਏ ਉਦੋਂ ਡਿਸਕ੍ਰਿਮੀਨੇਸ਼ਨ ਵੀ ਬਹੁਤ ਸੀ। ਪਰ ਇਹ ਜਿਹੜੇ ਬੱਚੇ ਆ, ਕਈ ਲੋਕਾਂ ਦਾ ਵਿਚਾਰ ਆ ਵੀ ਇਹ ਜੀ ਇੱਥੋਂ ਜਾਣ ਤੋਂ ਬਾਅਦ ਬਾਹਰ ਜੋ ਪੜ੍ਹਨ ਜਾਂਦੇ ਵਾਲ ਕਟਾ ਲੈਂਦੇ। ਪਰ ਜਿਹੜਾ ਇਹ ਬੂਟਾ ਇਹਨਾਂ ਦੇ ਅੰਦਰ ਬੀਜ ਬੀਜਿਆ ਗਿਆ, ਜੇ ਇੱਕ ਵਾਰੀ ਗਲਤ ਕਰ ਲਿਆ ਨਾ, 5, 10, 20 ਸਾਲ ਦੇ ਵਿੱਚ ਉਹ ਵਾਪਸ ਇਸੇ ਰੂਪ 'ਚ ਆਉਣਗੇ। ਅਤੇ ਇਹ ਜੀ ਆਪਣੀ ਸਮਝ ਤੋਂ ਬਾਹਰ ਹੈ ਤਾਂ ਵਾਹਿਗੁਰੂ ਦੀ ਕਲਾ 'ਚ ਵਰਤ ਰਹੀ ਆ ਜੋ ਹੋ ਰਿਹਾ। ਅਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਬੱਚਿਆਂ ਦੇ ਉੱਤੇ ਸਾਨੂੰ ਇੰਨਾ ਮਾਣ ਆ। ਅਸੀਂ ਕੋਈ ਵੀ ਇੱਥੋਂ ਬੱਚਾ ਪੜ੍ਹ ਕੇ ਗਿਆ ਬਾਹਰ ਜਾ ਰਿਹਾ, ਜੇ ਉਹਨੇ ਆਪਦੇ ਵਾਲ ਕਟਾ ਵੀ ਲਏ ਨਾ, ਅਸੀਂ ਕਦੇ ਉਸ ਗੱਲ ਦਾ ਮੈਂ ਨਹੀਂ ਆਪਦੀ ਪਰਸਨਲੀ ਗੁੱਸਾ ਕੀਤਾ ਵੀ ਕੋਈ ਨਹੀਂ, ਉਮਰ ਆ, ਯੰਗ ਉਮਰ 'ਚ ਆ, ਕੋਈ ਸੁਸਾਇਟੀ ਦਾ ਅਸਰ। ਪਰ ਜਿਹੜਾ ਇੱਥੋਂ 12 ਸਾਲ ਪੜ੍ਹ ਕੇ ਉਹਨਾਂ ਨੇ ਆਪਦੇ ਮਨ 'ਚ ਗ੍ਰਹਿਣ ਕਰ ਲਿਆ ਨਾ, ਉਹ ਬੀਜ ਨੇ ਪੁੰਗਰਨਾ ਫੇਰ ਆ ਦੁਬਾਰਾ ਇੱਕ ਦਿਨ। ਅਤੇ ਇਸੇ ਸਰੂਪ 'ਚ ਇਸੇ ਤਰ੍ਹਾਂ ਹੀ ਸਿੱਖੀ ਦਾ ਪ੍ਰਚਾਰ ਕਰਨਗੇ। ਬਹੁਤ ਸ਼ੁਕਰੀਆ ਗਿੱਲ ਸਾਹਿਬ। ਔਰ ਬੜੀ ਮਹੱਤਵਪੂਰਨ ਗੱਲ ਕਹੀ ਗਿੱਲ ਸਾਹਿਬ ਨੇ ਕਿ ਜੇਕਰ ਕੋਈ ਬੱਚਾ ਕਿਸੇ ਮੌਕੇ 'ਤੇ ਆ ਕੇ ਭਟਕ ਵੀ ਜਾਂਦਾ ਹੈ ਤਾਂ ਉਸ ਦੇ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇੱਥੋਂ ਜਿਹੜੇ ਬੀਜ ਅੰਦਰ ਪੈਦਾ ਹੋ ਗਏ ਆ, ਦੁਨਿਆਵੀ ਸਿੱਖਿਆ ਦੇ ਨਾਲ ਨਾਲ ਬਾਣੀ ਦੀ ਸਿੱਖਿਆ ਔਰ ਗੁਰਬਾਣੀ ਨੂੰ ਆਤਮਸਾਤ ਕਰ ਲੈਣਾ, ਉਸ ਗੁਰਮਤ ਦੀ ਜੀਵਨ ਜਾਚ ਨੂੰ ਅਪਣਾ ਲੈਣਾ, ਉਹ ਕਦੇ ਨਾ ਕਦੇ ਵਾਪਸ ਉਸਨੇ ਉਸ ਸਰੂਪ ਦੇ ਵਿੱਚ ਆ ਕੇ ਸਿੱਖੀ ਦੀ ਸੇਵਾ ਦੇ ਲਈ ਆਪਣੇ ਜੀਵਨ ਦੇ ਵਿੱਚ ਆਪਣੀ ਜੀਵਨ ਜਾਚ ਨੂੰ ਉਸ ਤਰੀਕੇ ਨਾਲ ਜ਼ਰੂਰ ਢਾਲ ਲੈਣਾ। ਹੋਰ ਸੱਜਣ ਪਿਆਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਨੇ, ਤੁਹਾਡੇ ਨਾਲ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਵਾਵਾਂਗੇ। ਇਹ ਵਿਚਾਰਾਂ ਦੀ ਸਾਂਝ ਇਸ ਕਰਕੇ ਲਾਜ਼ਮੀ ਹੁੰਦੀ ਹੈ ਕਿ ਵਿਚਾਰ ਜਦੋਂ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ ਤਾਂ ਫਿਰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਗੋਸ਼ਟ ਦੀ ਜਿਹੜੀ ਪਰੰਪਰਾ ਹੈ, ਵਿਚਾਰਾਂ ਦੀ ਜਿਹੜੀ ਪਰੰਪਰਾ ਹੈ, ਤਰਕ ਦੀ ਜਿਹੜੀ ਪਰੰਪਰਾ ਹੈ, ਉਸ ਨੂੰ ਅੱਗੇ ਵਧਾਇਆ ਸੀ। ਸੋ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਬੜੇ ਜ਼ਰੂਰੀ ਨੇ। ਅਲੌਕਿਕ ਨਗਰ ਕੀਰਤਨ ਦਾ ਜਾਹੋ ਜਲਾਲ ਤੁਹਾਡੇ ਤੱਕ ਲਗਾਤਾਰ ਜਸ ਪੰਜਾਬੀ ਦੀ ਟੀਮ ਪਹੁੰਚਾਉਂਦੀ ਰਹੇਗੀ। ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਬੜੂ ਸਾਹਿਬ ਦੀ ਧਰਤੀ, ਸਰਦਾਰ ਹਰਭਜਨ ਸਿੰਘ ਜੀ ਅਮਰੀਕਾ ਤੋਂ ਖਾਸ ਤੌਰ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਪਹੁੰਚੇ ਹੋਏ ਆ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਅਕਾਲ ਅਕੈਡਮੀਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਆਪਣੀ ਵਿਜ਼ਿਟ ਕੀਤੀ। ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵੀ ਗਏ ਤੇ ਹੁਣ ਪਿਛਲੇ 4-5 ਦਿਨ ਤੋਂ ਲਗਾਤਾਰ ਬੜੂ ਸਾਹਿਬ ਜਿਹੜਾ ਕਿ ਮੁੱਖ ਟਿਕਾਣਾ ਹੈ ਕਲਗੀਧਰ ਟਰੱਸਟ ਦਾ, ਉੱਥੇ ਪਹੁੰਚੇ ਹੋਏ ਨੇ। ਪਹਿਲਾਂ ਤਾਂ ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ ਜੀ। ਖਾਲਸੇ ਦੀਆਂ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਹੁਣ ਸਾਰਿਆਂ ਨੂੰ। ਇੱਥੇ ਆ ਕੇ ਪਹਿਲਾਂ ਤਾਂ ਇੱਥੇ ਆ ਕੇ ਕਿਵੇਂ ਲੱਗਿਆ ਤੁਹਾਨੂੰ? 3-4 ਦਿਨ ਹੋ ਗਏ ਆਇਆਂ ਨੂੰ ਬੜੂ ਸਾਹਿਬ। ਵਧੀਆ ਲੱਗਿਆ ਜੀ ਇੱਥੇ ਆਣ ਕੇ। ਕੀ ਨੇ ਮਨ ਦੇ ਭਾਵ? ਮਨ ਦੇ ਭਾਵ ਤੇ ਚੰਗੇ ਨੇ। ਇੱਥੇ ਗੁਰੂ ਮਹਾਰਾਜ ਵੀ ਸਾਰੇ ਫੌਜਾਂ ਲੈ ਕੇ ਇਹਨਾਂ ਪਹਾੜਾਂ ਦੇ ਵਿੱਚ ਕਰਦੇ ਰਹੇ ਜੰਗ ਯੁੱਧ, ਤੇ ਅਸੀਂ ਸਾਨੂੰ ਵੀ ਅਵਸਰ ਮਿਲਿਆ ਆਉਣ ਦਾ ਤੇ ਬੜਾ ਵਧੀਆ ਲੱਗਾ। ਉੱਤੋਂ ਸੰਤਾਂ ਨੇ ਵੀ ਇੱਥੇ ਫਿਰ ਲਹਿਰਾਂ ਬਹਿਰਾਂ ਲਾਤੀਆਂ ਬਾਹਰ ਤੇ ਬੜੀ ਖੁਸ਼ੀ ਹੈ। ਅੱਜ ਜਿਵੇਂ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਅਮਰੀਕਾ ਦੇ ਵਿੱਚ ਵੀ ਨਗਰ ਕੀਰਤਨ ਨਿਕਲਦੇ ਆ ਤੁਹਾਡੇ, ਹੈ ਨਾ? ਜਿੱਥੇ ਇੱਥੇ ਵੀ ਕੌਮ ਗਈ ਆ, ਜਿੱਦਾਂ ਯੂਬਾ ਸਿਟੀ ਦੇ ਵਿੱਚ ਬਹੁਤ ਵੱਡੇ ਨਿਕਲਦੇ ਆ, ਕੈਨੇਡਾ ਦੇ ਵਿੱਚ ਨਿਕਲਦੇ ਆ। ਇੱਥੇ ਇਸ ਧਰਤੀ ਦੇ ਉੱਤੇ ਇਹਨਾਂ ਬੱਚਿਆਂ ਦੁਆਰਾ
ਆਪ ਸਹਿਜ ਪਾਠ ਮਹਾਰਾਜ ਪ੍ਰਕਾਸ਼ ਕਰਨੇ, ਆਪ ਉਹਨਾਂ ਦੀ ਸਮਾਪਨ ਕਰਨੀ, ਆਪ ਅਰਦਾਸਾਂ ਕਰਨੀਆਂ ਤੇ ਆਪ ਨਗਰ ਕੀਰਤਨ ਕੱਢਣਾ, ਔਰ ਖਾਸ ਤੌਰ ਤੇ ਕੁੜੀਆਂ ਬੀਬੀਆਂ ਸਾਡੀ ਅਗਵਾਈ ਕਰ ਰਹੀਆਂ ਨੇ। ਬਹੁਤ ਵਧੀਆ ਵੱਡੀ ਗੱਲ ਹੈ ਜੀ ਇਹ। ਇੰਨੀ ਬਾਹਰ ਨਹੀਂ ਹੈਗੀ ਜਿੰਨਾ ਇੱਥੇ ਇਹਨਾਂ ਨੇ ਸੰਤਾਂ ਮਹਾਰਾਜ ਨੇ ਕੀਤਾ ਹੈ। ਇਹਦੀ ਮਿਸਾਲ ਨਹੀਂ ਅਸੀਂ ਪੇਸ਼ ਕਰ ਸਕਦੇ। ਬਹੁਤ ਸ਼ੁਕਰੀਆ ਹਰਪੰਜ ਸਿੰਘ ਜੀ ਗੱਲਬਾਤ ਕਰਨ ਦੇ ਲਈ। ਮੈਂ ਵੱਖ-ਵੱਖ ਸੱਜਣਾਂ ਨਾਲ ਤੁਹਾਡੀ, ਜਿਵੇਂ ਪਹਿਲਾਂ ਦੱਸਿਆ, ਕਿ ਵਿਚਾਰਾਂ ਜ਼ਰੂਰ ਕਰਵਾਵਾਂਗਾ। ਇਹ ਵਿਚਾਰਾਂ ਲਾਜ਼ਮੀ ਨੇ। ਅਲੌਕਿਕ ਨਗਰ ਕੀਰਤਨ ਦੇ ਨਜ਼ਾਰੇ ਵੀ ਤੁਹਾਡੇ ਨਾਲ ਨਾਲ ਚੱਲਦੇ ਰਹਿਣਗੇ। ਔਰ ਜਿਹੜੀ ਬੇਹੱਦ ਖੂਬਸੂਰਤ ਗੱਲ ਹੈ ਕਿ ਸਾਡੀਆਂ ਲੜਕੀਆਂ ਨੇ ਜਿਹੜੀਆਂ ਸਾਰੀਆਂ, ਇਸ ਦੇ ਵਿੱਚ ਮੈਂ ਤੁਹਾਨੂੰ ਧਿਆਨ ਹਿਤ ਦੱਸ ਦੇਵਾਂ ਕਿ ਜਿਹੜੇ ਇਸ ਵਕਤ ਮੌਜੂਦਾ ਮੁੱਖ ਸੇਵਾਦਾਰ ਡਾਕਟਰ ਦਵਿੰਦਰ ਵੀਰ ਜੀ ਨੇ, ਉਹਨਾਂ ਦੇ ਧਰਮ ਪਤਨੀ ਡਾਕਟਰ ਨੀਲਮ ਮੈਡਮ ਹੋਰੀ, ਨੀਲਮ ਭੈਣ ਜੀ, ਉਹ ਆਪ ਪਾਲਕੀ ਸਾਹਿਬ ਦੀ ਸੇਵਾ ਜਿਹੜੀ ਹੈ ਉਸ ਨੂੰ ਖਿੱਚ ਕੇ ਲਿਆਉਣ ਦੀ ਸੇਵਾ, ਜਿੱਦਾਂ ਤੁਹਾਨੂੰ ਪਹਿਲਾਂ ਕੈਮਰੇ ਨਾਲ ਵੀ ਅਸੀਂ ਦਿਖਾਇਆ ਕਿ ਪਾਲਕੀ ਸਾਹਿਬ ਕਿਸੇ ਵਾਹਨ ਨਾਲ ਨਹੀਂ ਖਿੱਚੀ ਜਾ ਰਹੀ, ਬਲਕਿ ਆਪਣੇ ਹੱਥਾਂ ਦੇ ਨਾਲ ਉਸ ਦੀ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ। ਡਾਕਟਰ ਨੀਲਮ ਹੋਰੀ ਲੱਗੇ ਹੋਏ ਨੇ, ਚਰਨਜੀਤ ਭੈਣ ਜੀ, ਮਤਲਬ ਜਿੰਨੇ ਵੀ ਅਹੁਦੇਦਾਰ ਨੇ, ਔਰ ਸਾਡੀਆਂ ਇੱਥੋਂ ਦੀਆਂ ਪੜ੍ਹਨ ਵਾਲੀਆਂ ਵਿਦਿਆਰਥਣਾਂ ਵੀ ਜਿਹੜੀਆਂ ਨੇ ਉਹ ਇਸ ਪਾਲਕੀ ਦੀ ਸੇਵਾ ਜਿਹੜੀ ਆ ਉਹ ਕਰ ਰਹੇ ਨੇ। ਵਿਸਾਖੀ ਦੇ ਮੌਕੇ ਇਹ ਅਲੌਕਿਕ ਨਗਰ ਕੀਰਤਨ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਅਕਾਲ ਅਕੈਡਮੀ ਤੋਂ ਚੱਲਿਆ, ਇਟਰਨਲ ਯੂਨੀਵਰਸਿਟੀ ਤੋਂ ਹੁੰਦਾ ਹੋਇਆ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ, ਉਹਨਾਂ ਪਿੰਡਾਂ ਦੀ ਸਾਧ ਸੰਗਤ ਵੀ, ਜਿਹੜੇ ਹਿਮਾਚਲ ਦੇ ਲੋਕ ਨੇ, ਉਹ ਹਿੱਸਾ ਬਣੇ ਇਸ ਨਗਰ ਕੀਰਤਨ ਦਾ ਵਿਸਾਖੀ ਦੇ ਮੌਕੇ। ਸੋ ਪਾਲਕੀ ਸਾਹਿਬ ਦੇ ਵਿੱਚ ਦਵਿੰਦਰ ਵੀਰ ਜੀ ਸੁਸ਼ੋਭਿਤ ਨੇ, ਔਰ ਬਾਕੀ ਸਾਰੇ ਦੀ ਸਾਰੀ ਸੰਗਤ ਪਾਲਕੀ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਆਪਣੇ ਹੱਥੀਂ ਨਿਭਾਉਂਦੀ ਹੋਈ ਜਾਂਦੇ ਹੋਏ। ਸਾਡੀਆਂ ਬੀਬੀਆਂ ਦੇ ਜ਼ਿੰਮੇ ਇਹ ਸੇਵਾ ਆਈ ਹੈ। ਜਾਣ ਵਕਤ ਸਾਡੀਆਂ ਲੜਕੀਆਂ, ਸਾਡੀਆਂ ਬੀਬੀਆਂ ਇਸ ਪਾਲਕੀ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਨਿਭਾਉਂਦੀਆਂ ਨੇ, ਤੇ ਵਾਪਸੀ ਤੇ ਜਦੋਂ ਇਹ ਨਗਰ ਕੀਰਤਨ ਆਪਣੇ ਵਾਪਸੀ ਪੜਾਅ ਵੱਲ ਜਾਏਗਾ ਤਾਂ ਉਦੋਂ ਅਕਾਲ ਅਕੈਡਮੀ ਕਲਗੀਧਰ ਟਰੱਸਟ ਦੇ ਲੜਕੇ, ਇਹਨਾਂ ਦੇ ਵਿਦਿਆਰਥੀ ਜਿਹੜੇ ਨੇ, ਉਹ ਇਸ ਪਾਲਕੀ ਸਾਹਿਬ ਨੂੰ ਵਾਪਸ ਬੜੂ ਸਾਹਿਬ ਲਿਜਾਣ ਦੀ, ਜਿਹੜੀ ਸੁਸ਼ੋਭਿਤ ਕਰਨ ਦੀ ਜਿਹੜੀ ਸੇਵਾ ਹੈ ਉਹ ਸਾਡੇ ਲੜਕੇ ਨਿਭਾਉਣਗੇ। ਔਰ ਮਾਹੌਲ ਵੇਖੋ ਤੁਸੀਂ ਕਿ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਭਿਤ, ਮੁੱਖ ਸੇਵਾਦਾਰ ਡਾਕਟਰ ਦਵਿੰਦਰ ਵੀਰ ਜੀ ਹੋਰੀ ਸੁਸ਼ੋਭਿਤ, ਔਰ ਬਾਕੀ ਸਾਰੇ ਸੱਜਣ ਧਾਰਮਿਕ ਸ਼ਖਸੀਅਤਾਂ, ਔਰ ਇੱਕ ਵੱਡਾ ਜਲੂਸ ਦੇ ਰੂਪ ਦੇ ਵਿੱਚ ਇਹ ਨਗਰ ਕੀਰਤਨ ਬੜੂ ਸਾਹਿਬ ਦੀ ਧਰਤੀ ਤੋਂ ਹੁੰਦਾ ਹੋਇਆ, ਯੂਨੀਵਰਸਿਟੀ ਤੋਂ ਹੁੰਦਾ ਹੋਇਆ, ਹੁਣ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆਪਣੀ ਫੇਰੀ ਪਾਉਣ ਤੋਂ ਬਾਅਦ ਵਾਪਸੀ ਵੱਲ ਵਧੇਗਾ। ਤੇ ਵਾਪਸੀ ਦੀ ਸੇਵਾ ਯੂਨੀਵਰਸਿਟੀ ਔਰ ਅਕਾਲ ਅਕੈਡਮੀ ਦੇ ਜਿਹੜੇ ਲੜਕੇ ਵਿਦਿਆਰਥੀ ਨੇ ਉਹ ਨਿਭਾਉਣਗੇ। ਨਗਰ ਕੀਰਤਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਣ ਤੋਂ ਬਾਅਦ ਹੁਣ ਫਿਰ ਵਾਪਸ ਬੜੂ ਸਾਹਿਬ ਦੇ ਕੈਂਪਸ ਦੇ ਵਿੱਚ ਵਾਪਸ ਪਰਤ ਆਇਆ। ਬੜੇ ਲੋਕਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾਇਆ। ਜਿਸ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪਹਿਲਾਂ ਜਾਣ ਵੇਲੇ ਇਸ ਨਗਰ ਕੀਰਤਨ ਦੀ ਸੇਵਾ ਸਾਡੀਆਂ ਬੀਬੀਆਂ, ਸਾਡੀਆਂ ਲੜਕੀਆਂ ਕੋਲ ਸੀ, ਤੇ ਵਾਪਸੀ ਤੇ ਸੇਵਾ ਸਾਡੇ ਨੌਜਵਾਨਾਂ, ਸਾਡੇ ਮੁੰਡਿਆਂ ਕੋਲੇ ਆ ਚੁੱਕੀ ਹੈ। ਬੜੂ ਸਾਹਿਬ ਦੇ ਵਿਦਿਆਰਥੀ ਔਰ ਇੱਥੋਂ ਦੇ ਸਾਰੇ ਮੁਲਾਜ਼ਮ ਔਰ ਸਾਰਾ ਸੰਤ ਸਮਾਜ ਇਸ ਵਕਤ ਪਾਲਕੀ ਸਾਹਿਬ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵਾਪਸ ਸੁਸ਼ੋਭਿਤ ਕਰਨ ਵੱਲ ਲੈ ਕੇ ਜਾਂਦੇ ਹੋਏ ਨਗਰ ਕੀਰਤਨ ਇਸ ਵਕਤ ਆਪਣੀ ਸੰਪੂਰਨਤਾ ਵੱਲ ਵਧਦਾ ਹੋਇਆ। ਮੁੱਖ ਸੇਵਾਦਾਰ ਡਾਕਟਰ ਦਵਿੰਦਰ ਵੀਰ ਜੀ ਸੇਵਾ ਨਿਭਾਉਂਦੇ ਹੋਏ ਔਰ ਇਹ ਨਗਰ ਕੀਰਤਨ ਹੁਣ ਆਪਣੀ ਸੰਪੂਰਨਤਾ ਵੱਲ ਵਧਦਾ ਹੋਇਆ। ਇਸ ਤੋਂ ਬਾਅਦ ਬੱਚਿਆਂ ਦੇ ਗੁਰਮਤ ਗਾਇਨ ਮੁਕਾਬਲੇ ਹੋਣਗੇ। ਗੁਰਮਤ ਗਾਇਨ ਮੁਕਾਬਲੇ ਤੇ ਸ਼ਾਮ 4 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਹੋਏਗੀ, ਤੇ ਉਸ ਤੋਂ ਬਾਅਦ ਫਿਰ ਜਿਹੜੇ ਗੁਰਮਤ ਸੰਗੀਤ ਮੁਕਾਬਲੇ ਨੇ, ਗੁਰਮਤ ਸੰਗੀਤ ਮੁਕਾਬਲੇ ਫਿਰ ਦੁਬਾਰਾ ਚੱਲਣਗੇ। ਸੋ ਹੁਣ ਇਹ ਨਗਰ ਕੀਰਤਨ ਆਪਣੀ ਸੰਪੂਰਨਤਾ ਵੱਲ ਵਧਦਾ ਹੋਇਆ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੀ ਸੇਵਾ ਕਰਨ ਤੋਂ ਬਾਅਦ ਹੁਣ ਸਾਡੇ ਲੜਕਿਆਂ ਦੇ ਹਿੱਸੇ ਜ਼ਿੰਮੇਵਾਰੀ ਆਈ। ਜਾਂਦੇ ਹੋਏ ਸਾਡੀਆਂ ਲੜਕੀਆਂ ਬੀਬੀਆਂ ਦੇ ਹੱਥ ਜ਼ਿੰਮੇਵਾਰੀ ਸੀ ਪਾਲਕੀ ਸਾਹਿਬ ਨੂੰ ਖਿੱਚਣ ਦੀ ਸੇਵਾ।
ਹੁਣ ਕਲਗੀਧਰ ਟਰੱਸਟ ਦੇ ਸਾਰੇ ਲੜਕੇ ਔਰ ਸਾਰੇ ਜਿਹੜੇ ਮੇਲ ਮੁਲਾਜ਼ਮ ਨੇ ਉਹ ਇਹ ਸੇਵਾ ਨਿਭਾਉਂਦੇ ਹੋਏ ਆਓ ਸੰਪੂਰਨਤਾ ਤੁਹਾਨੂੰ ਦਰਬਾਰ ਸਾਹਿਬ ਤੱਕ ਕਿਸ ਤਰੀਕੇ ਨਾਲ ਇਹ ਨਗਰ ਕੀਰਤਨ ਆਪਣੀ ਸੰਪੂਰਨ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਇਹਨਾਂ ਗੂੰਜਾਂ ਦੇ ਨਾਲ ਵਿਸਾਖੀ ਦਾ ਇਹ ਨਗਰ ਕੀਰਤਨ ਆਪਣੀ ਸੰਪੂਰਨਤਾ ਵੱਲ ਵਧਦਾ ਹੋਇਆ ਸਵੇਰੇ 111 ਸਹਿਜ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਉਪਰੰਤ ਤੰਤੀ ਸਾਜ਼ਾਂ ਦਾ ਕੀਰਤਨ ਸਰਵਣ ਕੀਤਾ ਸੰਗਤਾਂ ਨੇ। ਉਸ ਉਪਰੰਤ ਇਹ ਨਗਰ ਕੀਰਤਨ ਅਕਾਲ ਅਕੈਡਮੀ ਬੜੂ ਸਾਹਿਬ ਤੋਂ ਕੈਂਪਸ ਤੋਂ ਸ਼ੁਰੂ ਹੋਇਆ। ਬਹੁਤ ਭਾਰੀ ਹਜੂਮ, ਸਿਰਫ ਵਿਦਿਆਰਥੀ ਨਹੀਂ, ਆਲੇ ਦੁਆਲੇ ਦੇ ਪਿੰਡਾਂ ਦੇ ਕਿੰਨੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਆਏ ਬਹੁਤ ਸਾਰੇ ਸੱਜਣ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੋਂ ਆਈਆਂ ਹੋਈਆਂ ਸੰਗਤਾਂ, ਸਾਰਿਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਅਰਦਾਸ ਹੋਣ ਲੱਗੀ ਹੈ। ਅਰਦਾਸ ਉਪਰੰਤ ਸੰਪੂਰਨਤਾ ਵੱਲ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।